रख ख्याल की जिंदगी ज़रूरी है, रख ख्याल की साहां दी डोर लमेरी है, रख ख्याल की जश्न हले कई बाकी ने, जिंदगी तो ना उम्मीद ना हो, जिंदगी दे कई रंग बाकी ने। तुसी ते तुहाडा परिवार हर समय रहे सेहतयाब। इसे ਲਈ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਵੱਖ-ਵੱਖ ਐਕਸਪਰਟ ਡਾਕਟਰਸ ਦੇ ਨਾਲ ਅਸੀਂ ਕਰਾਂਗੇ ਚਰਚਾ। ਤੇ ਅੱਜ ਦਾ ਸਾਡਾ ਵਿਸ਼ਾ ਜੁੜਿਆ ਹੈ ਪੇਟ ਦੀ ਬਿਮਾਰੀ ਨਾਲ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਸੁਹਾਨਾ ਹਸਪੀਟਲ ਮੋਹਾਲੀ ਤੋਂ ਨੇ ਡਾਕਟਰ ਜੇਪੀ ਸੈਣੀ, ਕੰਸਲਟੈਂਟ ਗੈਸਟ੍ਰੋਨੋਲੋਜਿਸਟ, ਅਤੇ ਡਾਕਟਰ ਨਰਿੰਦਰ ਪੌਲ, ਕੰਸਲਟੈਂਟ ਜਨਰਲ ਲੈਪਰੋਸਕੋਪਿਕ ਸਰਜਨ। ਤੁਹਾਨੂੰ ਦੋਵਾਂ ਨੂੰ ਜੀ ਆਇਆਂ ਨੂੰ। ਥੈਂਕ ਯੂ ਡਾਕਟਰ ਸਾਹਿਬ, ਪਹਿਲੇ ਤਾਂ ਤੁਹਾਡੇ ਜ਼ਰੀਏ ਸਮੂਹ ਮੈਡੀਕਲ ਫਰਟਰਨਿਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੇ, ਜੋ ਇਸ ਕੋਵਿਡ-19 ਦੀ ਸਿਚੁਏਸ਼ਨ ਦੇ ਵਿੱਚ ਆਪਣੀ ਜਾਨ ਦਾਅ 'ਤੇ ਲਾ ਕੇ ਸਾਡੇ ਸਾਰਿਆਂ ਦੀ ਜਾਨਾਂ ਨੂੰ ਸੁਰੱਖਿਅਤ ਰੱਖ ਰਹੇ ਨੇ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ। ਡਾਕਟਰ ਜੇਪੀ, ਤੁਹਾਡੇ ਤੋਂ ਪਹਿਲੇ ਜਾਨਣਾ ਚਾਹਾਂਗੇ ਕਿ ਅਮੂਮਨ ਕਹਿੰਦੇ ਨੇ ਕਿ ਸਾਰੀ ਬਿਮਾਰੀਆਂ ਦੀ ਜੜ ਜਿਹੜੀ ਹੈ ਉਹ ਪੇਟ ਤੋਂ ਸ਼ੁਰੂ ਹੁੰਦੀ ਹੈ। ਜੀ ਜੀ। ਤੇ ਇਸ ਦੇ ਲੱਛਣ ਜੇ ਅਸੀਂ ਕਹੀਏ, ਲੱਛਣ ਕੀ ਹੁੰਦੇ ਨੇ? ਅੱਜ ਅਸੀਂ ਪੇਟ ਦੀਆਂ ਬਿਮਾਰੀਆਂ ਦੇ ਬਾਰੇ ਵਿੱਚ ਸਮਝਾਂਗੇ, ਜਿਸ ਵਿੱਚ ਮੇਨਲੀ ਅਸੀਂ ਆਪਣੇ ਡਾਈਜੈਸਟਿਵ ਸਿਸਟਮ ਦੀ ਗੱਲ ਕਰਾਂਗੇ। ਡਾਈਜੈਸਟਿਵ ਸਿਸਟਮ ਵਿੱਚ ਸਾਡੇ ਉਹ ਸਾਰੇ ਆਰਗਨ ਆਉਂਦੇ ਨੇ ਜਿਹੜੇ ਖਾਣਾ ਹਜਮ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਇਸ ਵਿੱਚ ਸਾਡਾ ਮੂੰਹ, ਸਾਡਾ ਫੂਡ ਪਾਈਪ, ਛੋਟੀ ਆਂਤ, ਵੱਡੀ ਆਂਤ, ਲਿਵਰ, ਗੋਲ ਬਲੈਡਰ ਅਤੇ ਪੈਨਕ੍ਰੀਆਜ਼ ਆਦਿ ਸ਼ਾਮਿਲ ਹਨ। ਲਿਵਰ ਸਾਡੇ ਡਾਈਜੈਸਟਿਵ ਸਿਸਟਮ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ। ਇਹਨਾਂ ਵਿੱਚੋਂ ਕਿਸੇ ਵੀ ਆਰਗਨ ਵਿੱਚ ਖਰਾਬੀ ਹੋਣ 'ਤੇ ਸਾਨੂੰ ਬਾਰ-ਬਾਰ ਪੇਟ ਦਰਦ ਰਹਿਣਾ, ਭੁੱਖ ਨਾ ਲੱਗਣਾ, ਭਾਰ ਘਟਣਾ, ਬਾਰ-ਬਾਰ ਦਸਤ ਲੱਗਣਾ ਜਾਂ ਕਬਜ਼ ਹੋਣਾ ਅਤੇ ਪੀਲੀਆ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਹਨਾਂ ਲੱਛਣਾਂ ਨੂੰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਵਿੱਚੋਂ ਕੋਈ ਵੀ ਅਗਰ ਲੱਛਣ ਕਿਸੇ ਨੂੰ ਹੈ ਤਾਂ ਸਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਡਾਕਟਰ ਨਰਿੰਦਰ, ਪੇਟ ਦਰਦ ਦੀ ਅਸੀਂ ਗੱਲ ਕਰੀਏ, ਅਕਸਰ ਲੋਕ ਕਹਿੰਦੇ ਨੇ ਮੈਨੂੰ ਪੇਟ ਦਰਦ ਦੀ ਸ਼ਿਕਾਇਤ ਹੋ ਰਹੀ ਹੈ, ਪਰ ਇਸ ਨੂੰ ਸੀਰੀਅਸਲੀ ਕਦੋਂ ਲੈਣਾ ਚਾਹੀਦਾ ਹੈ ਤੇ ਇਹ ਕਦ ਜਾਨਲੇਵਾ ਵੀ ਹੋ ਸਕਦਾ ਹੈ? ਨਿਖਿਲ ਜੀ, ਇੱਦਾਂ ਹੈ, ਜੋ ਡਾਕਟਰ ਜੇਪੀ ਨੇ ਹੁਣ ਗੱਲ ਕੀਤੀ ਹੈ, ਇਸੇ ਨੂੰ ਅੱਗੇ ਵਧਾਉਂਦੇ ਹੋਏ ਜੋ ਉਹਨਾਂ ਨੇ ਲੱਛਣ ਦੱਸੇ ਹੈ, ਉਹਨਾਂ 'ਚ ਸਭ ਤੋਂ ਕਾਮਨ ਲੱਛਣ ਜਿਸ ਦੇ ਨਾਲ ਮਰੀਜ਼ ਸਾਡੇ ਕੋਲ ਆਉਂਦੇ ਨੇ ਉਹ ਹੈ ਪੇਟ ਦਾ ਦਰਦ। ਪੇਟ ਦਾ ਦਰਦ ਬਹੁਤ ਸਾਰੇ ਕਾਰਨਾਂ ਕਰਕੇ ਹੋ ਸਕਦਾ ਹੈ। ਇਸ ਦਾ ਜੋ ਮੇਨ ਕਾਰਨ ਇਹ ਹੈ ਕਿ ਸਾਡੇ ਪੇਟ ਦੇ ਵਿੱਚ ਇੰਨੇ ਸਾਰੇ ਆਰਗਨ, ਇੰਨੇ ਸਾਰੇ ਅੰਗ ਨੇ ਕਿ ਉਹਨਾਂ ਦੇ ਕਿਸੇ ਦੇ ਵੀ ਖਰਾਬ ਹੋਣ ਕਰਕੇ ਪੇਟ ਦਾ ਦਰਦ ਹੋ ਸਕਦਾ ਹੈ। ਪੇਟ ਦਾ ਦਰਦ ਗਲੇ ਤੋਂ ਲੈ ਕੇ ਸ਼ੌਚ ਦੇ ਰਸਤੇ ਤੱਕ ਜਿੰਨੇ ਵੀ ਆਰਗਨ ਨੇ, ਉਹਨਾਂ 'ਚੋਂ ਕਿਸੇ ਵੀ ਆਰਗਨ ਦਾ ਜਾਂ ਕਿਸੇ ਵੀ ਅੰਗ ਦਾ ਖਰਾਬ ਹੋਣ ਦਾ ਇੱਕ ਲੱਛਣ ਹੈ। ਹੁਣ ਸਪੋਜ਼ਿਡਲੀ ਕਿਸੇ ਨੂੰ ਸਿੰਪਲੀ ਗੈਸ ਦੀ ਪ੍ਰੋਬਲਮ ਜਾਂ ਗੈਸਟਰਾਈਟਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੈ, ਜਿਸ ਦੇ ਵਿੱਚ ਉਹਨੂੰ ਅੱਪਰ ਅਬਡੋਮਨ ਯਾਨੀ ਉੱਪਰ ਦੇ ਪੇਟ ਦੇ ਵਿੱਚ ਦਰਦ ਹੁੰਦਾ ਹੈ। ਉਸੇ ਤਰ੍ਹਾਂ ਨਾਲ ਕਈ ਲੋਕਾਂ ਦੇ ਵਿੱਚ ਪਿੱਤੇ ਦੇ ਪੱਥਰੀ ਦਾ ਦਰਦ ਹੈ, ਉਹ ਇੱਕ ਪਾਸੇ ਹੁੰਦਾ ਹੈ। ਅਤੇ ਡਾਕਟਰ ਦੇ ਕੋਲ ਜਦ ਪੇਸ਼ੈਂਟ ਜਾਂਦਾ ਹੈ ਕਿ ਮੈਨੂੰ ਪੇਟ ਦਾ ਦਰਦ ਹੋ ਰਿਹਾ ਹੈ, ਤਾਂ ਆਮ ਤੌਰ 'ਤੇ ਜੋ ਡਾਕਟਰ ਹੈ ਸਭ ਤੋਂ ਪਹਿਲੇ ਉਹਨੂੰ ਚੰਗੀ ਤਰ੍ਹਾਂ ਉਹਦੀ ਜੋ ਕੰਪਲੇਂਟ ਹੈ ਉਹਨੂੰ ਸੁਣਦਾ ਹੈ ਅਤੇ ਉਹਦੇ ਹਿਸਾਬ ਨਾਲ ਅੰਦਾਜ਼ਾ ਲਗਾਉਂਦਾ ਹੈ ਕਿ ਇਹ ਜਿਹੜਾ ਦਰਦ ਹੈ ਇਹ ਕਿੱਥੋਂ ਆ ਰਿਹਾ ਹੋਵੇਗਾ ਜਾਂ ਇਹ ਕਿਸ ਕਾਰਨ ਕਰਕੇ ਹੋ ਰਿਹਾ ਹੋਵੇਗਾ। ਹੁਣ ਅਸੀਂ ਦੇਖੀਏ ਪੇਟ ਦੇ ਵਿੱਚ ਪੇਟ ਦੀ ਸਤ੍ਹਾ ਯਾਨੀ ਕਿ ਜੋ ਅਬਡੋਮਨਲ ਵਾਲ ਹੈ, ਉੱਥੋਂ ਲੈ ਕੇ ਨੀਚੇ ਆਪਣੇ ਜੋ ਅੰਗ ਨੇ, ਆਰਗਨ ਨੇ, ਉਹਨਾਂ ਤੱਕ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਦਰਦ ਹੋ ਸਕਦੇ ਆ। ਜਿੱਦਾਂ ਕਿਸੇ ਨੂੰ ਅਗਰ ਪੇਟ ਦੇ ਸਕਿਨ ਦੇ ਉੱਪਰ ਵੀ ਇਨਫੈਕਸ਼ਨ ਹੈ, ਜਿੱਦਾਂ ਅਸੀਂ ਹਰਪੇਸ ਜ਼ੋਸਟਰ ਜਿਹਨੂੰ ਕਹਿੰਦੇ ਹਾਂ, ਜਿਹਨੂੰ ਜਨੇਊ ਕਹਿੰਦੇ ਹਾਂ, ਉਹਦਾ ਦਰਦ ਹੈ। ਕਈ ਲੋਕਾਂ ਨੂੰ ਮਾਸਪੇਸ਼ੀਆਂ ਦੇ ਵਿੱਚ, ਪੇਟ ਦੀ ਮਾਸਪੇਸ਼ੀਆਂ 'ਚ ਦਰਦ ਹੋ ਰਿਹਾ ਹੈ, ਜਿੱਦਾਂ ਹਰਨੀਆਂ ਦਾ ਦਰਦ ਹੋ ਜਾਂਦਾ ਹੈ। ਕੁਛ ਲੋਕਾਂ ਨੂੰ ਉਹਦੇ ਅੰਦਰ ਜਿਹੜੇ ਆਰਗਨ ਹੈ, ਜਿੱਦਾਂ ਪੇਟ ਜਿਹਨੂੰ ਸਟਮਕ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਅਗਰ ਅਲਸਰ ਨੇ ਜਾਂ ਜੋ ਛੋਟੀ ਆਂਤਰ ਦੇ ਵਿੱਚ ਅਲਸਰ ਨੇ, ਉਹਨਾਂ ਕਰਕੇ ਦਰਦ ਹੁੰਦਾ, ਜਿਹਨਾਂ ਨੂੰ ਅਸੀਂ ਆਮ ਲੈਂਗੁਏਜ ਵਿੱਚ ਕਹਿ ਦਿੰਦੇ ਹਾਂ ਕਿ ਇਹਨਾਂ ਨੂੰ ਅਲਸਰ ਦਾ ਪੇਨ ਹੋ ਰਿਹਾ। ਕੁਛ ਲੋਕਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਅਪੈਂਡਿਕਸ ਦਾ ਦਰਦ ਉੱਠ ਗਿਆ। ਉਹਦਾ ਮਤਲਬ ਹੁੰਦਾ ਹੈ ਕਿ ਛੋਟੀ ਆਂਤਰ ਦੇ ਵਿੱਚ ਇੱਕ ਹਿੱਸਾ ਹੈ ਅਪੈਂਡਿਕਸ, ਜਿਹਦਾ ਕਿ ਦਰਦ ਹੋ ਸਕਦਾ ਹੈ। ਯਾਨੀ ਕਿ ਦਰਦ ਜਿਹੜਾ ਆ ਉਹ ਪੇਟ ਦੇ ਵਿੱਚ ਕਿੱਥੇ ਹੋ ਰਿਹਾ, ਉਸ ਲੋਕੇਸ਼ਨ ਦੇ ਹਿਸਾਬ ਨਾਲ ਸਾਨੂੰ ਅੰਦਾਜ਼ਾ ਲਗਾਉਂਦੇ ਹਾਂ ਅਸੀਂ ਕਿ ਇਹ ਕਿੱਥੇ ਦਾ ਹੋਏਗਾ। ਦੂਸਰਾ, ਅਦਰ ਦੈਨ ਲੋਕੇਸ਼ਨ, ਜੋ ਦੂਸਰੀ ਚੀਜ਼ ਹੈ ਅਸੀਂ ਦੇਖਦੇ ਹਾਂ ਕਿ ਕਿੰਨਾ ਸੀਵੀਅਰ ਦਰਦ ਔਰ ਕਿੰਨੀ ਜਲਦੀ ਉੱਠਿਆ ਹੈ ਔਰ ਉਹ ਕਿੰਨੀ ਜਲਦੀ ਵਧਿਆ ਹੈ। ਯਾਨੀ ਕਿ ਅਗਰ ਦਰਦ ਅਚਾਨਕ ਨਾਲ ਸ਼ੁਰੂ ਹੁੰਦਾ ਹੈ ਔਰ ਇੱਕਦਮ ਨਾਲ ਬਹੁਤ ਤੇਜ਼ੀ ਨਾਲ ਵੱਧਦਾ ਹੈ ਔਰ ਉਹ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋ ਰਿਹਾ, ਇਹੋ ਜਿਹਾ ਦਰਦ ਖਤਰਨਾਕ ਹੋ ਸਕਦਾ ਹੈ। ਇਸ ਕਰਕੇ ਜਦ ਵੀ ਕਿਸੇ ਨੂੰ ਪੇਟ ਦਾ ਦਰਦ ਹੋਵੇ, ਉਹ ਚਾਹੀਦਾ ਹੈ ਕਿ ਉਹ ਜਾ ਕੇ ਡਾਕਟਰ ਨੂੰ ਆਪਣਾ ਚੈੱਕਅਪ ਕਰਾਵੇ। ਡਾਕਟਰ ਪਹਿਲੇ ਉਹਦੀ ਹਿਸਟਰੀ ਲੈ ਕੇ, ਉਹਦੀ ਜਾਂਚ ਕਰਕੇ, ਫਿਰ ਅੱਗੇ ਖੂਨ ਦੀ ਜਾਂਚ ਜਾਂ ਬਲੱਡ ਟੈਸਟ ਕਰਾ ਕੇ ਜਾਂ ਬਾਕੀ ਟੈਸਟ ਕਰਾ ਕੇ
ਇੱਕ ਨਤੀਜੇ ਤੇ ਪਹੁੰਚੇ ਕਿ ਇਹ ਦਰਦ ਕਿਸ ਕਾਰਨ ਹੋ ਰਿਹਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਿਸਤਾਰਪੂਰਵਕ ਪੇਟ ਦੇ ਦਰਦ ਨੂੰ ਲੈ ਕੇ ਜਾਣਕਾਰੀ ਤੇ ਦਿੱਤੀ ਹੈ। ਤੇ ਡਾਕਟਰ ਜੇਪੀ, ਇੱਥੇ ਇਹ ਜਾਣਨਾ ਚਾਹਾਂਗਾ ਕਿ ਜੇ ਕਿਸੇ ਨੂੰ ਪੇਟ ਦਾ ਦਰਦ ਹੋ ਰਿਹਾ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ ਤੇ ਟੈਸਟ ਕਿਹੜੇ-ਕਿਹੜੇ ਕਰਵਾਉਣੇ ਚਾਹੀਦੇ ਨੇ? ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਦੇਖੋ, ਸਾਨੂੰ ਆਪਣੇ ਆਪ ਕਦੀ ਵੀ ਕੋਈ ਟੈਸਟ ਨਹੀਂ ਕਰਾਉਣਾ ਚਾਹੀਦਾ। ਅਗਰ ਕਿਸੇ ਨੂੰ ਬਾਰ-ਬਾਰ ਪੇਟ 'ਚ ਦਰਦ ਹੋ ਰਿਹਾ ਹੈ ਤਾਂ ਸਾਨੂੰ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸਾਡੇ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਅਲਟਰਾਸਾਊਂਡ ਤੋਂ ਸਾਰੀਆਂ ਪੇਟ ਦੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਹੈ, ਪਰ ਇਹ ਗਲਤ ਹੈ। ਕਈ ਵਾਰੀ ਸਾਨੂੰ ਅਲਟਰਾਸਾਊਂਡ ਤੋਂ ਇਲਾਵਾ ਸੀਟੀ ਸਕੈਨ, MRI, ਐਂਡੋਸਕੋਪੀ ਜਾਂ ਕਲੋਨੋਸਕੋਪੀ ਆਦਿ ਹੋਰ ਟੈਸਟ ਵੀ ਕਰਨੇ ਪੈਂਦੇ ਨੇ, ਜਾਂ ਕਈ ਵਾਰੀ ਸਿੰਪਲ ਇੱਕ ਬਲੱਡ ਟੈਸਟ ਤੋਂ ਹੀ ਅਸੀਂ ਕਈ ਵਾਰੀ ਬਿਮਾਰੀਆਂ ਦਾ ਪਤਾ ਲਗਾ ਸਕਦੇ ਹਾਂ। ਸੋਹਾਣਾ ਹਸਪੀਟਲ ਵਿੱਚ ਸਾਡੇ ਕੋਲੋਂ ਸਟੇਟ ਆਫ ਦਾ ਆਰਟ ਲੇਟੈਸਟ ਟੈਕਨੀਕਸ ਅਵੇਲੇਬਲ ਹਨ, ਜਿਨ੍ਹਾਂ ਨਾਲ ਅਸੀਂ ਆਸਾਨੀ ਨਾਲ ਕਿਸੇ ਵੀ ਮਰੀਜ਼ ਦੀ ਬਿਮਾਰੀ ਦਾ ਪਤਾ ਲਗਾ ਸਕਦੇ ਹਾਂ ਅਤੇ ਤੁਰੰਤ ਉਸ ਦਾ ਉਪਚਾਰ ਕਰ ਸਕਦੇ ਹਾਂ। ਕਈ ਵਾਰੀ ਸਾਨੂੰ ਅਗਰ ਡਾਇਗਨੋਸਿਸ ਨਾ ਬਣੇ ਤਾਂ ਲੈਪਰੋਸਕੋਪੀ ਦੀ ਹੈਲਪ ਲੈਣੀ ਪੈਂਦੀ ਹੈ, ਜਿਸ ਬਾਰੇ ਡਾਕਟਰ ਨਰਿੰਦਰ ਤੁਹਾਨੂੰ ਦੱਸਣਗੇ। ਪੇਟ ਦੀ ਬਿਮਾਰੀਆਂ ਜਿੱਦਾਂ ਡਾਕਟਰ ਜੇਪੀ ਦੱਸ ਰਿਹਾ ਕਿ ਉਹਨਾਂ ਦੇ ਵਿੱਚ ਟੈਸਟ ਕਰਾਉਣੇ ਪੈਂਦੇ ਆ। ਖੂਨ ਦੀ ਜਾਂਚ ਕੁਛ ਇਹੋ ਜਿਹੀਆਂ ਜੋ ਡਾਕਟਰ ਸਾਹਿਬ ਨੇ ਦੱਸੀਆਂ ਕਿ ਜਿਨ੍ਹਾਂ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਦਰਦ ਜਾਂ ਬਾਕੀ ਜੋ ਸਿੰਪਟਮ ਆ ਰਹੇ ਕਿੱਥੋਂ ਆ ਰਹੇ ਆ। ਜੋ ਸਾਡਾ ਐਜ਼ ਅ ਸਰਜਨ ਰੋਲ ਹੈ ਇਨ ਇਨਵੈਸਟੀਗੇਸ਼ਨ, ਯਾਨੀ ਕਿ ਚੀਜ਼ ਦਾ ਪਤਾ ਲਾਉਣ ਵਾਸਤੇ, ਉਸ ਦੇ ਵਿੱਚ ਜੋ ਨਵੀਂ ਚੀਜ਼ ਆਈ ਹੈ ਉਹ ਹੈ ਲੈਪਰੋਸਕੋਪੀ। ਲੈਪਰੋਸਕੋਪੀ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਹੋਲ ਕਰਕੇ ਪੇਟ ਦੇ ਵਿੱਚ ਉਹਦੇ ਥਰੂ ਕੈਮਰਾ ਪਾ ਕੇ ਪੇਟ ਦੇ ਜੋ ਅੰਗ ਨੇ ਉਹਨਾਂ ਨੂੰ ਦੇਖ ਸਕਦੇ ਹਾਂ ਔਰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਆਰਗਨ ਕਰਕੇ ਉਹ ਪ੍ਰੋਬਲਮ ਆ ਰਹੀ ਹੈ। ਔਰ ਇਸ ਦਾ ਇੱਕ फ़ायदा ਇਹ ਹੈ ਕਿ ਅਸੀਂ ਉਸੇ ਦੌਰਾਨ ਉਸ ਦਾ ਉਪਚਾਰ ਜਾਂ ਸਰਜਰੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਲੈਪਰੋਸਕੋਪੀ ਨਾਲ ਅਗਰ ਪੇਟ ਦੇ ਵਿੱਚ ਸਾਨੂੰ ਸ਼ੱਕ ਹੈ ਕਿ ਇਹਦੇ ਵਿੱਚ ਕੈਂਸਰ ਹੋ ਸਕਦਾ ਹੈ ਤੇ ਲੈਪਰੋਸਕੋਪੀ ਕਰਕੇ ਯਾਨੀ ਦੂਰਬੀਨ ਨਾਲ ਅੰਦਰ ਜਾਂਚ ਕਰਕੇ ਉਸ ਹਿੱਸੇ ਤੋਂ ਕੋਈ ਪੀਸ ਲੈ ਕੇ ਬਾਇਓਪਸੀ ਕਰ ਸਕਦੇ ਹਾਂ, ਜੋ ਕਿ ਬਾਅਦ 'ਚ ਇਸ ਗੱਲ ਨੂੰ ਕਨਫਰਮ ਕਰਦਾ ਹੈ ਕਿ ਉਹ ਕੈਂਸਰ ਹੈ ਤੇ ਕਿੱਦਾਂ ਦਾ ਕੈਂਸਰ ਹੈ, ਤਾਂ ਕਿ ਉਹਦਾ ਇਲਾਜ ਹੋ ਸਕੇ। ਤੇ ਐਜ਼ ਅ ਸਰਜਨ ਅਸੀਂ ਲੈਪਰੋਸਕੋਪੀ ਨੂੰ ਕਾਫੀ ਯੂਜ਼ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਪੇਟ ਦੇ ਵਿੱਚ ਬਹੁਤ ਵੱਡਾ ਚੀਰਾ ਨਹੀਂ ਦੇਣਾ ਪੈਂਦਾ ਔਰ ਛੋਟੇ ਜਿਹੇ ਕੱਟ 'ਚੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਬਿਮਾਰੀ ਕੀ ਹੈ। ਤੇ ਡਾਕਟਰ ਨਰਿੰਦਰ, ਅੱਜ ਕੱਲ੍ਹ ਆਮ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੇਟ ਦੇ ਵਿੱਚ ਜਿਹਨੂੰ ਪਿੱਤੇ 'ਚ ਜਿਹਨੂੰ ਕਹਿੰਦੇ ਉਹ ਪੱਥਰੀ ਹੋ ਗਈ ਹੈ, ਤੇ ਉਹ ਪਿੱਤੇ ਦੀ ਪੱਥਰੀ ਦਾ ਮੁੱਖ ਕਾਰਨ ਜਿਹੜਾ ਹੈ ਉਹ ਕੀ ਹੋ ਸਕਦਾ ਤੇ ਇਸ ਦਾ ਇਲਾਜ ਕੀ ਹੈ? ਨਿਖਿਲ ਜੀ, ਇੱਦਾਂ ਹੈ ਕਿ ਪਿੱਤੇ ਦੀ ਪੱਥਰੀ ਸ਼ਾਇਦ ਹੀ ਕੋਈ ਪਰਿਵਾਰ ਇੱਦਾਂ ਦਾ ਹੋਏਗਾ ਜਿਹਦੇ ਵਿੱਚ ਕੋਈ ਹੁਣ ਇੱਦਾਂ ਦਾ ਸਦੱਸਿਆ ਨਹੀਂ ਹੈ ਜਿਹਨੂੰ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਨਹੀਂ ਹੋਇਆ ਹੈ। ਇੱਕ ਬੜੀ ਹੀ ਕਾਮਨ ਬਿਮਾਰੀ ਹੋ ਗਈ ਹੈ। ਇੱਕ ਅੰਦਾਜ਼ੇ ਦੇ ਹਿਸਾਬ ਨਾਲ 20 ਤੋਂ 25% ਪੋਪੂਲੇਸ਼ਨ ਜੋ ਹੈ ਉਹਨਾਂ ਨੂੰ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਹੁੰਦੀ ਹੈ। ਇਹਦੇ ਵਿੱਚ ਜੋ ਮੇਨ ਲੱਛਣ ਹੁੰਦਾ ਹੈ ਉਹ ਇਹ ਹੈ ਕਿ ਦਰਦ ਉੱਠਦਾ ਹੈ, ਜੋ ਕਿ ਕਾਫੀ ਸੀਵੀਅਰ ਹੋ ਸਕਦਾ ਹੈ ਔਰ ਇੱਕਦਮ ਉੱਠਦਾ ਹੈ ਔਰ ਕਾਫੀ ਦੇਰ ਰਹਿੰਦਾ ਹੈ। ਲੇਕਿਨ ਇਹ ਜੋ ਸਿੰਪਟਮ ਹੈ ਇਹ ਹੋਰ ਵੀ ਬਿਮਾਰੀਆਂ 'ਚ ਹੋਣ ਕਰਕੇ ਸਾਨੂੰ ਕੁਝ ਟੈਸਟ ਕਰਾਉਣੇ ਪੈਂਦੇ ਆ ਇਹ ਦੇਖਣ ਲਈ ਕਿ ਇਹ ਦਰਦ ਪਿੱਤੇ ਕਰਕੇ ਹੀ ਹੋ ਰਿਹਾ ਹੈ, ਜਿਹਦੇ ਵਿੱਚ ਸਭ ਤੋਂ ਕਾਮਨ ਜੋ ਅਸੀਂ ਟੈਸਟ ਕਰਦੇ ਹਾਂ ਹੈਗਾ ਅਲਟਰਾਸਾਊਂਡ। ਅਲਟਰਾਸਾਊਂਡ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਪਿੱਤੇ 'ਚ ਕਿੰਨੀਆਂ ਪੱਥਰੀਆਂ ਨੇ, ਕਿੱਥੇ ਫਸੀਆਂ ਨੇ, ਪਿੱਤੇ ਦੀ ਜੋ ਵਾਲ ਹੈ ਉਹ ਕਿੰਨੀ ਥਿਕ ਹੋਈ ਹੈ, ਯਾਨੀ ਕਿ ਉਹ ਸੋਜਸ਼ ਹੈ ਕਿ ਨਹੀਂ ਹੈ। ਇਸ ਤੋਂ ਇਲਾਵਾ ਜੋ ਪਿੱਤੇ ਦਾ ਦਰਦ ਹੈ ਉਹ ਅਗਰ ਸਟੋਨ ਅੱਗੇ ਸਲਿੱਪ ਕਰ ਜਾਏ ਤੇ ਉਹ ਹੋਰ ਚੀਜ਼ਾਂ ਨੂੰ ਵੀ ਅੱਗੇ ਕਰ ਸਕਦਾ, ਯਾਨੀ ਕਿ ਅਦਰ ਦੈਨ ਪੇਨ ਉਹ ਹੋਰ ਚੀਜ਼ਾਂ ਕਰ ਸਕਦਾ ਹੈ, ਜਿੱਦਾਂ ਜੌਂਡਿਸ ਹੋਣਾ, ਪੀਲੀਆ ਹੋਣਾ। ਅਗਰ ਸਲਿੱਪ ਕਰਕੇ ਅੱਗੇ ਖਾਣੇ ਦੀ ਨਾਲੀ 'ਚ ਜਾ ਕੇ ਫਸ ਜਾਂਦੀ ਹੈ ਪੱਥਰੀ ਤੇ ਪੀਲੀਆ ਹੋ ਸਕਦਾ ਹੈ। ਐਗਜ਼ੈਕਟਲੀ ਤਾਂ ਇਹ ਪਤਾ ਨਹੀਂ ਲਗਾ ਸਕਦੇ ਕਿ ਪਿੱਤੇ ਦੀ ਪੱਥਰੀ ਕਿਉਂ ਹੁੰਦੀ ਹੈ, ਲੇਕਿਨ ਕੁਝ ਕਾਰਨ ਜੋ ਇਹਦੇ ਵਿੱਚ ਮੇਨ ਨੇ ਉਹਨਾਂ 'ਚ ਮੇਨ ਹੈਗਾ ਹੈ ਕਿ ਜੋ ਲੋਕ ਜ਼ਿਆਦਾ ਫੈਟੀ ਫੂਡ ਖਾਂਦੇ ਨੇ ਜਾਂ ਜ਼ਿਆਦਾ ਫਾਸਟ ਫੂਡ ਖਾਂਦੇ ਨੇ ਉਹਨਾਂ 'ਚ ਪਿੱਤੇ ਦੀ ਪੱਥਰੀਆਂ ਜ਼ਿਆਦਾ ਦੇਖਣ ਨੂੰ ਮਿਲਦੀਆਂ, ਕਿਉਂਕਿ ਪਿੱਤੇ ਦੀ ਪੱਥਰੀ ਜ਼ਿਆਦਾਤਰ ਕੇਸਿਸ ਦੇ ਵਿੱਚ ਕੋਲੇਸਟ੍ਰੋਲ ਤੋਂ ਬਣਦੀ ਹੈ। ਯਾਨੀ ਜਿਨ੍ਹਾਂ ਦੇ ਵਿੱਚ ਹਾਈ ਕੋਲੇਸਟ੍ਰੋਲ ਲੈਵਲ ਹੁੰਦਾ ਆ ਉਹਨਾਂ ਵਿੱਚ ਪਿੱਤੇ ਦੀ ਪੱਥਰੀ ਬਣਨ ਦੇ ਚਾਂਸਸ ਜ਼ਿਆਦਾ ਹੁੰਦੇ ਆ। ਔਰ ਜੋ ਅਸੀਂ ਬੱਚਿਆਂ ਨੂੰ ਹੁਣ ਦਿੰਦੇ ਆ ਉਹਦਾ ਅਸਰ 10 ਸਾਲਾਂ 15 ਸਾਲਾਂ ਬਾਅਦ ਪਤਾ ਲੱਗਦਾ ਹੈ। ਇਸ ਕਰਕੇ ਜੋ ਬੱਚਿਆਂ ਦੀ ਹੁਣ ਡਾਈਟ ਅਸੀਂ ਦੇ ਰਹੇ ਹਾਂ ਉਸ 'ਤੇ ਅੱਗੇ ਜਾ ਕੇ 10-15 ਸਾਲਾਂ 'ਚ ਉਹਨਾਂ ਨੂੰ ਪਿੱਤੇ ਦੀ ਪੱਥਰੀ ਔਰ ਬਾਕੀ ਪੱਥਰੀਆਂ ਦਾ ਪ੍ਰੋਬਲਮ ਆਉਂਦੀ ਹੈ। ਮੋਸਟ ਆਫ ਦਾ ਕੇਸਿਸ ਵੀ ਸਾਨੂੰ ਆਪਰੇਸ਼ਨ ਕਰਨਾ ਹੀ ਪੈਂਦਾ ਹੈ, ਕਿਉਂਕਿ ਇਹਦੀ ਕੰਪਲਿਕੇਸ਼ਨਾਂ ਜਿਹੜੀਆਂ ਨੇ, ਜੋ ਕੰਪਲਿਕੇਸ਼ਨ ਅੱਗੇ ਹੋ ਸਕਦੀਆਂ ਉਹ ਕਾਫੀ ਸੀਰੀਅਸ ਨੇ। ਪਰ ਆਪਰੇਸ਼ਨ ਇਹਦਾ ਇੰਨਾ ਕੋਈ ਡਿਫਿਕਲਟ ਨਹੀਂ ਹੈ। ਅੱਜ ਕੱਲ੍ਹ ਜ਼ਿਆਦਾਤਰ ਆਪਰੇਸ਼ਨ ਜੋ ਹੈ ਉਹ ਦੂਰਬੀਨ ਨਾਲ ਹੀ ਹੁੰਦੇ ਆ। ਪੇਸ਼ੈਂਟ ਨੂੰ ਇੱਕ ਅੱਧੇ ਦਿਨ ਵਾਸਤੇ ਹਸਪੀਟਲ 'ਚ ਰਹਿਣਾ ਪੈਂਦਾ ਹੈ ਔਰ ਆਪਣੇ ਕੰਮ 'ਤੇ ਉਹ ਜਲਦੀ ਵਾਪਸ ਜਾ ਸਕਦਾ ਹੈ। ਅਤੇ ਇਹ ਕੋਈ ਬਹੁਤ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ।
ਇਹ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਆਪਰੇਸ਼ਨ ਟਾਈਮ ਤੇ ਕਰਾ ਲੈਣ ਤਾਂ ਕਿ ਅੱਗੇ ਕੰਪਲਿਕੇਸ਼ਨ ਨਾ ਹੋਵੇ। ਡਾਕਟਰ ਜੇਪੀ, ਫੈਟੀ ਲਿਵਰ ਵੀ ਅੱਜ ਕੱਲ੍ਹ ਬੜਾ ਅਮੂਮਨ ਸੁਣਨ ਨੂੰ ਮਿਲਦਾ ਹੈ ਜੀ। ਇਹ ਫੈਟੀ ਲਿਵਰ ਪਹਿਲੇ ਤਾਂ ਹੈ ਕੀ, ਤੇ ਇਹਨੂੰ ਕਿੰਨਾ ਸੀਰੀਅਸਲੀ ਲਿਆ ਜਾਵੇ ਤੇ ਇਸ ਤੋਂ ਬਚਿਆ ਕਿਵੇਂ ਜਾਏ? ਦੇਖੋ, ਫੈਟੀ ਲਿਵਰ ਹੈ ਸਾਡੇ ਲਿਵਰ 'ਚ ਐਕਸਟਰਾ ਫੈਟ ਦਾ ਜਮ੍ਹਾਂ ਹੋ ਜਾਣਾ। ਜਦੋਂ ਐਕਸਟਰਾ ਫੈਟ ਸਾਡੇ ਲਿਵਰ 'ਚ ਜਮ੍ਹਾਂ ਹੁੰਦੀ ਹੈ ਤੇ ਇਹ ਸਾਡੇ ਲਿਵਰ ਦੇ ਸੈੱਲਸ ਨੂੰ ਤੋੜਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਸਾਡਾ ਲਿਵਰ ਹੌਲੀ ਹੌਲੀ ਖਰਾਬ ਹੋ ਜਾਂਦਾ ਹੈ, ਜਿਸ ਨੂੰ ਕਿ ਸਿਰੋਸਿਸ ਆਫ ਲਿਵਰ ਕਿਹਾ ਜਾਂਦਾ ਹੈ। ਫੈਟੀ ਲਿਵਰ ਹੋਣ ਦੇ ਮੁੱਖ ਕਾਰਨ ਓਵਰਵੇਟ ਹੋਣਾ, ਡਾਇਬਟੀਜ਼ ਅਤੇ ਹੈਵੀ ਕੰਜ਼ੰਪਸ਼ਨ ਆਫ ਅਲਕੋਹਲ ਹੈ। ਇਹ ਆਪ ਦੇਖਿਆ ਗਿਆ ਹੈ ਕਿ ਆਲਮੋਸਟ 30 ਤੋਂ 40% ਲੋਕਾਂ ਵਿੱਚ ਫੈਟੀ ਲਿਵਰ ਪਾਇਆ ਜਾਂਦਾ ਹੈ। ਅਗਰ ਇਸ ਦਾ ਟਾਈਮ ਸਿਰ ਆਪਾਂ ਟੈਸਟ ਕਰਵਾ ਲਈਏ ਅਤੇ ਡਾਕਟਰੀ ਸਲਾਹ ਲੈ ਲਈਏ ਤਾਂ ਇਸ ਲਿਵਰ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਅੱਜ ਕੱਲ੍ਹ ਅਸੀਂ ਨਿਊ ਟੈਕਨੀਕਸ ਜਿਵੇਂ ਲਿਵਰ ਫਾਈਬਰੋਸਕੈਨ, ਇਲਾਸਟੋਗ੍ਰਾਫੀ ਆਦਿ ਯੂਜ਼ ਕਰ ਰਹੇ ਹਾਂ, ਜਿਨ੍ਹਾਂ ਨਾਲ ਅਰਲੀ ਸਟੇਜ ਵਿੱਚ ਫੈਟੀ ਲਿਵਰ ਦਾ ਡਾਇਗਨੋਸਿਸ ਕੀਤਾ ਜਾ ਸਕਦਾ ਹੈ ਅਤੇ ਲਿਵਰ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਫੈਟੀ ਲਿਵਰ ਤੋਂ ਬਚਣ ਲਈ ਸਾਨੂੰ ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਵੇਟ ਕੰਟਰੋਲ 'ਚ ਰੱਖਣਾ ਚਾਹੀਦਾ ਹੈ ਆਪਣਾ, ਅਲਕੋਹਲ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਬਿਲਕੁਲ, ਸਿਹਤਯਾਬ ਜੇ ਤੁਸੀਂ ਰਹਿਣਾ ਹੈ ਤੇ ਵੇਟ ਕੰਟਰੋਲ ਤੇ ਕਰਨਾ ਹੀ ਪਏਗਾ ਤੇ ਨਾਲੇ ਰੈਗੂਲਰ ਐਕਸਰਸਾਈਜ਼ ਵੀ ਜ਼ਰੂਰੀ ਹੈ। ਡਾਕਟਰ ਨਰਿੰਦਰ, ਜੇ ਅਸੀਂ ਗੱਲ ਕਰੀਏ ਪੇਟ ਦੇ ਕੈਂਸਰ ਨੂੰ ਲੈ ਕੇ, ਤੇ ਉਹ ਪੇਟ ਦੇ ਕੈਂਸਰ ਕਿਹੜੇ ਨੇ ਤੇ ਇਸ ਦਾ ਲੱਛਣ ਕੀ ਹੁੰਦੇ ਨੇ ਤਾਂ ਕਿ ਅਰਲੀ ਸਟੇਜ ਤੇ ਵੀ ਇਹਦਾ ਪਤਾ ਲੱਗ ਜਾਂਦਾ? ਜੋ ਲੱਛਣ ਅਸੀਂ ਕੈਂਸਰ ਦੇ ਮੰਨਦੇ ਹਾਂ ਪੇਟ ਦੇ, ਉਹਨਾਂ ਵਿੱਚ ਪੇਟ ਦਾ ਦਰਦ ਹੋਣਾ, ਭੁੱਖ ਦਾ ਘਟਣਾ, ਭਾਰ ਦਾ ਘਟਣਾ, ਬਾਰ-ਬਾਰ ਦਸਤ ਲੱਗਣਾ ਜਾਂ ਦਸਤ ਤੋਂ ਬਾਅਦ ਕਬਜ਼ ਹੋਣਾ, ਫਿਰ ਕਬਜ਼ ਤੋਂ ਬਾਅਦ ਫਿਰ ਤੋਂ ਦਸਤ ਹੋ ਜਾਣਾ, ਆਲਟਰਨੇਟ ਹੋਣਾ, ਇਹ ਸਾਰੇ ਸਿੰਪਟਮ ਨੇ। ਲੈਟਰਿਨ ਦੇ ਵਿੱਚ ਖੂਨ ਆਣਾ, ਇਹ ਬੜਾ ਵੱਡਾ ਸਿੰਪਟਮ ਹੈ ਜਿਹੜਾ ਕਿ ਇਸ ਨੂੰ ਪੁਆਇੰਟ ਕਰਦਾ ਹੈ ਕਿ ਕੈਂਸਰ ਹੈ। ਕੈਂਸਰ ਅਗਰ ਹੈਗਾ ਵੀ ਹੈ ਤਾਂ ਵੀ ਹੁਣ ਫਿਲਹਾਲ ਜੋ ਸਾਡੀ ਮੈਡੀਕਲ ਸਾਇੰਸ ਹੈ ਉਹਨੇ ਕਾਫੀ ਤਰੱਕੀ ਕਰ ਲਈ ਹੈ, ਉਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਕੈਂਸਰ ਦਾ ਕੋਈ ਨਾ ਕੋਈ ਇਲਾਜ ਹੈਗਾ ਹੈ। ਸਾਡੇ ਦੇਸ਼ ਦੇ ਵਿੱਚ ਕਿਉਂਕਿ ਸਕਰੀਨਿੰਗ ਪ੍ਰੋਗਰਾਮਸ ਬਹੁਤ ਜ਼ਿਆਦਾ ਨਹੀਂ ਹੁੰਦੇ, ਯਾਨੀ ਕਿ ਆਮ ਤੌਰ ਤੇ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਹੈ ਕਿ ਉਹ ਸਕਰੀਨ ਕਰਦੇ ਰਹਿੰਦੇ ਆ ਬਾਰ-ਬਾਰ ਆਪਣੇ, ਸਾਡੇ ਦੇਸ਼ 'ਚ ਜੋ ਵੀ ਲੋਕ ਹੈ ਉਹਨਾਂ ਨੂੰ ਰਿਸਪੌਂਸਿਬਿਲਟੀ ਉਹਨਾਂ ਉੱਤੇ ਆਪਣੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸਕਰੀਨ ਕਰਾਉਣਾ ਹੈ। ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਹਰ ਸਾਲ ਆਪਣਾ ਚੈੱਕਅਪ ਕਰਾਈਏ, ਪੇਟ ਦਾ ਅਲਟਰਾਸਾਊਂਡ, ਖੂਨ ਦੇ ਟੈਸਟ, ਡਾਕਟਰ ਤੋਂ ਜਾਂਚ ਕਰਾਈਏ ਤਾਂ ਕਿ ਸਾਨੂੰ ਟਾਈਮ ਤੇ ਪਤਾ ਲੱਗ ਸਕੇ ਕਿ ਕੈਂਸਰ ਹੈ ਕਿ ਨਹੀਂ ਹੈ। ਕਿਉਂਕਿ ਕੈਂਸਰ ਦਾ ਇਲਾਜ ਅਗਰ ਪਹਿਲੀ ਸਟੇਜ ਦੇ ਵਿੱਚ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਤਾਂ ਨਾਰਮਲ ਲਾਈਫ ਬੰਦਾ ਜੀ ਸਕਦਾ ਹੈ ਔਰ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਕੈਂਸਰ ਦੇ ਲੱਛਣ ਨਜ਼ਰ ਆ ਵੀ ਰਹੇ ਨੇ ਤੇ ਘਬਰਾਉਣ ਦੀ ਲੋੜ ਨਹੀਂ ਹੈ, ਇਲਾਜ ਜ਼ਰੂਰ ਉਹਦਾ ਹੋ ਸਕਦਾ ਹੈ। ਤੇ ਇਹ ਇੱਕ ਸਵਾਲ ਡਾਕਟਰ ਜੇਪੀ ਤੇ ਡਾਕਟਰ ਨਰਿੰਦਰ ਤੁਹਾਡੇ ਦੋਵਾਂ ਤੋਂ ਜਾਣਨਾ ਚਾਹਾਂਗਾ, ਜੋ ਮੈਨੂੰ ਲੱਗਦਾ ਹੈ ਕਿ ਸਾਡੇ ਵਿਊਅਰਸ ਦੇ ਮਨ ਦੇ ਵਿੱਚ ਵੀ ਆ ਰਿਹਾ ਹੋਵੇਗਾ ਕਿ ਕੀ ਪੇਟ ਦੀ ਬਿਮਾਰੀਆਂ ਦਾ ਇਹ ਜੋ ਕੋਵਿਡ-19 ਦੀ ਸਿਚੁਏਸ਼ਨ ਇਸ ਵਕਤ ਚੱਲ ਰਹੀ ਹੈ, ਕੀ ਉਸ ਨਾਲ ਵੀ ਕੋਈ ਸੰਬੰਧ ਹੈ? ਜੀ, ਜਿਵੇਂ ਹੀ ਦੇਖ ਰਹੇ ਹਾਂ ਕਿ ਕੋਵਿਡ-19 ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਵਿਡ-19 ਵਿੱਚ ਸਾਹ ਤੋਂ ਇਲਾਵਾ ਪੇਟ ਦੀਆਂ ਵੀ ਕਾਫੀ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਭੁੱਖ ਨਾ ਲੱਗਣਾ, ਮੂੰਹ ਦਾ ਟੇਸਟ ਚਲਾ ਜਾਣਾ, ਪੇਟ ਵਿੱਚ ਦਰਦ ਰਹਿਣਾ, ਭਾਰ ਘਟਣਾ ਅਤੇ ਦਸਤ ਲੱਗਣਾ। ਇਹ ਕਾਫੀ ਕਾਮਨ ਸਿੰਪਟਮ ਜੋ ਕਿ ਕੋਵਿਡ ਦੇ ਮਰੀਜ਼ਾਂ ਵਿੱਚ ਦੇਖੇ ਗਏ ਨੇ, ਜੋ ਕਿ ਪੇਟ ਦੇ ਨਾਲ ਰਿਲੇਟਡ ਨੇ। ਅਗਰ ਕਿਸੇ ਨੂੰ ਬੁਖਾਰ ਦੇ ਨਾਲ ਇਹ ਸਾਰੇ ਸਿੰਪਟਮ ਆ ਰਹੇ ਹਨ ਤਾਂ ਉਸ ਨੂੰ ਆਪਣਾ ਕੋਵਿਡ ਟੈਸਟ ਕਰਾਉਣਾ ਚਾਹੀਦਾ ਹੈ, ਜਿਸ ਨਾਲ ਉਸ ਦੀ ਅਤੇ ਉਸ ਦੇ ਨਾਲਦਿਆਂ ਦੀ ਸੇਫਟੀ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਕੋਵਿਡ-19 ਵਾਇਰਸ ਫੀਕੋ ਓਰਲ ਰੂਟ ਨਾਲ ਵੀ ਟਰਾਂਸਮਿਟ ਹੋ ਜਾਂਦਾ ਹੈ, ਜਿਸ ਨੂੰ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਉਲਟੀ ਜਾਂ ਦਸਤ ਰਾਹੀਂ ਵੀ ਇੱਕ ਦੂਜੇ ਨੂੰ ਫੈਲ ਸਕਦਾ ਹੈ ਤੇ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਕੋਵਿਡ-19 ਦੇ ਨਾਲ ਕੁਝ ਸਰਜੀਕਲ ਕੰਪਲਿਕੇਸ਼ਨਸ ਵੀ ਐਸੋਸੀਏਟਡ ਨੇ, ਜਿਨ੍ਹਾਂ ਦੇ ਬਾਰੇ ਡਾਕਟਰ ਨਰਿੰਦਰ ਤੁਹਾਨੂੰ ਵਿਸਥਾਰ ਨਾਲ ਦੱਸਣਗੇ। ਕੋਵਿਡ ਦੇ ਵਿੱਚ ਵੈਸੇ ਤਾਂ ਜ਼ਿਆਦਾਤਰ ਕੇਸਿਸ ਵਿੱਚ ਜੋ ਅਸੀਂ ਮੰਨਿਆ ਜਾਂਦਾ ਹੈ ਕਿ ਕੋਵਿਡ ਸਾਹ ਦੀ ਬਿਮਾਰੀ ਹੈ, ਯਾਨੀ ਫੇਫੜਿਆਂ 'ਤੇ ਅਸਰ ਕਰਦੀ ਹੈ। ਲੇਕਿਨ ਜਿੱਦਾਂ ਡਾਕਟਰ ਜੇਪੀ ਨੇ ਦੱਸਿਆ ਕਿ 20% ਲੋਕਾਂ ਦੇ ਵਿੱਚ ਇਹ ਪੇਟ 'ਤੇ ਜਾਂ ਇੰਟੈਸਟਾਈਨ 'ਤੇ ਵੀ ਅਸਰ ਕਰਦੀ ਹੈ। ਐਜ਼ ਅ ਸਰਜਨ ਜੋ ਅਸੀਂ ਕੋਵਿਡ ਦੇ ਟਾਈਮ 'ਤੇ ਦੇਖਿਆ ਹੈ ਕਿ ਸਾਡੇ ਕੋਲ ਇਹੋ ਜਿਹੇ ਕੇਸਿਸ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪੇਟ ਦੀ ਨਾੜੀ ਇੱਕਦਮ ਨਾਲ ਉਹਦਾ ਖੂਨ ਸਪਲਾਈ ਬੰਦ ਹੋ ਗਈ ਔਰ ਉਹ ਕਾਲੀ ਪੈ ਗਈ ਔਰ ਸਾਨੂੰ ਇੱਕਦਮ ਨਾਲ ਆਪਰੇਸ਼ਨ ਕਰਨਾ ਪਿਆ। ਇਹ ਉਹ ਕੇਸਿਸ ਦੇ ਵਿੱਚ ਅਸੀਂ ਜ਼ਿਆਦਾ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵਿੱਚ ਕੋਵਿਡ ਕਾਫੀ ਸੀਰੀਅਸ ਹੋਇਆ, ਉਹਨਾਂ ਨੂੰ ਕਾਫੀ ਦੇਰ ਉਹਦਾ ਇਲਾਜ ਕਰਾਉਣਾ ਪਿਆ, ਉਹਦੇ ਲਈ ਉਹਨਾਂ ਨੂੰ ਕਾਫੀ ਸਾਰੀ ਦਵਾਈਆਂ ਚੱਲੀਆਂ ਤੇ ਉਹਦੇ ਨਾਲ ਉਹਨਾਂ ਨੂੰ ਜੋ ਅੰਤਰਾ ਆ ਉਹਦੀ ਜੋ ਬਲੱਡ ਸਪਲਾਈ ਹੈ, ਉਹਦੀ ਜੋ ਖੂਨ ਦੀ ਸਪਲਾਈ ਹੈ, ਉਸ 'ਤੇ ਅਸਰ ਅਸੀਂ ਦੇਖਿਆ ਹੈ। ਪਿਛਲੇ ਕਾਫੀ ਟਾਈਮ ਤੋਂ ਸਾਲ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਜੋ ਇਹੋ ਜਿਹੇ ਕੇਸਿਸ ਹੈ ਇਹਨਾਂ ਦੇ ਵਿੱਚ ਵਾਧਾ ਆਇਆ ਹੈ।
ਦੂਸਰਾ, ਕੋਵਿਡ ਦੇ ਵਿੱਚ ਜੋ ਅਸੀਂ ਆਪਰੇਸ਼ਨ ਕਰਦੇ ਹਾਂ, ਜੋ ਆਮ ਆਪਰੇਸ਼ਨ ਕਰਦੇ ਹਾਂ, ਜਿੱਦਾਂ ਸਪੋਜ਼ਡਲੀ ਕਿਸੇ ਨੇ ਹਰਨੀਆ ਦਾ ਆਪਰੇਸ਼ਨ ਕਰਾਉਣਾ ਹੈ, ਕਿਸੇ ਨੇ ਪਿੱਤੇ ਦਾ ਆਪਰੇਸ਼ਨ ਕਰਾਉਣਾ ਹੈ, ਕਿਸੇ ਨੇ ਕੋਈ ਵੀ ਪੇਟ ਦਾ ਆਪਰੇਸ਼ਨ ਕਰਾਉਣਾ ਹੈ, ਪਹਿਲੀ ਗੱਲ ਤਾਂ ਕਿ ਜੋ ਇਲੈਕਟਿਵ ਆਪਰੇਸ਼ਨ ਹੈ, ਜੋ ਕਿ ਆਮ ਐਮਰਜੈਂਸੀ ਆਪਰੇਸ਼ਨ ਨਹੀਂ ਹੈ, ਉਹ ਅਸੀਂ ਆਮ ਤੌਰ ਤੇ ਇਹ ਟਾਈਮ ਦੇ ਵਿੱਚ ਘਟਾ ਦਿੰਦੇ ਹਾਂ ਕਿ ਅਸੀਂ ਇਹ ਨਹੀਂ ਕਰਦੇ। ਲੇਕਿਨ ਜੇ ਸਾਨੂੰ ਉਹ ਕਰਨੇ ਹੀ ਪੈਂਦੇ ਹੈ, ਯਾਨੀ ਕਿ ਜਿਹੜੇ ਪੇਸ਼ੈਂਟ ਨੂੰ ਕੋਵਿਡ ਨਹੀਂ ਹੈ ਉਹਦੇ ਵਿੱਚ ਵੀ ਜਦ ਸਾਨੂੰ ਸਰਜਰੀ ਕਰਨੀ ਪੈਂਦੀ ਹੈ ਤਾਂ ਸਾਨੂੰ ਬਹੁਤ ਖਿਆਲ ਰੱਖਣਾ ਪੈਂਦਾ ਹੈ। ਹਰ ਇੱਕ ਪੇਸ਼ੈਂਟ ਦਾ ਪਹਿਲੇ ਕੋਵਿਡ ਟੈਸਟ ਹੁੰਦਾ ਹੈ। ਹੁਣ ਜਿੱਦਾਂ ਸਾਡੇ ਹਸਪੀਟਲ ਦੇ ਵਿੱਚ ਆਪਣਾ ਕੋਵਿਡ ਚੈੱਕ ਕਰਨ ਦੀ ਮਸ਼ੀਨ ਹੈ, ਤਾਂ ਪਹਿਲੇ ਅਸੀਂ ਉਹ ਚੈੱਕ ਕਰਦੇ ਹਾਂ ਕਿ ਇਹਨੂੰ ਕੋਵਿਡ ਤਾਂ ਨਹੀਂ ਹੈ, ਔਰ ਜਿਨ੍ਹਾਂ ਦੇ ਵਿੱਚ ਕੋਵਿਡ ਪੋਜ਼ਿਟਿਵ ਹੈ ਲੇਕਿਨ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਹੈ, ਜੋ ਕਿ ਆਪਰੇਸ਼ਨ ਕੋਵਿਡ ਦਾ ਰਿਲੇਸ਼ਨ ਨਹੀਂ ਹੈ, ਲੇਕਿਨ ਉਹਨਾਂ ਦੇ ਵਿੱਚ ਵੀ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਜਿਨ੍ਹਾਂ ਪੇਸ਼ੈਂਟ ਦੇ ਵਿੱਚ ਕੋਵਿਡ ਦੀ ਇਨਫੈਕਸ਼ਨ ਹੁੰਦੀ ਹੈ ਉਹਨਾਂ 'ਚ ਆਪਰੇਸ਼ਨ ਤੋਂ ਬਾਅਦ ਕੰਪਲਿਕੇਸ਼ਨ ਦੇ ਰੇਟ ਬਹੁਤ ਹਾਈ ਨੇ, ਕਿਉਂਕਿ ਉਹਨਾਂ ਨੂੰ ਬੇਹੋਸ਼ ਕਰਨਾ ਪੈਂਦਾ ਹੈ, ਸਾਹ ਦੀ ਮੈਡੀਸਿਨ ਦੇਣੀ ਪੈਂਦੀ ਹੈ। ਇਸ ਕਰਕੇ ਇਹ ਸਾਰੀ ਚੀਜ਼ਾਂ ਨੇ ਕਾਫੀ ਕੰਪਲਿਕੇਟ ਕੀਤਾ ਹੈ ਸਾਡਾ ਇਹ ਵਾਲਾ ਟਾਈਮ, ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕੋਵਿਡ ਤੋਂ ਜਿੰਨਾ ਬਚਿਆ ਜਾ ਸਕੇ ਉਨਾ ਅੱਛਾ ਹੈ। ਡਾਕਟਰ JP, ਪਹਿਲੇ ਤਾਂ ਮੇਰਾ ਵੀ ਇੱਕ ਮਿਸਕਨਸੈਪਸ਼ਨ ਹੈ ਜਾਂ ਮੈਂ ਕਹਾਂਗਾ ਇੱਕ ਸਵਾਲ ਹੈ ਕਿ ਕਾਲਾ ਪੀਲੀਆ ਕੋਈ ਬਿਮਾਰੀ ਹੁੰਦੀ ਹੈ, ਤੇ ਜੇ ਬਿਮਾਰੀ ਇਹ ਹੈ ਤੇ ਇਹਦਾ ਇਲਾਜ ਕੀ ਹੈ? ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਦੇਖੋ, ਪੀਲੀਆ ਦਾ ਮਤਲਬ ਹੈਪੇਟਾਈਟਸ। ਹੈਪੇਟਾਈਟਸ ਦਾ ਮਤਲਬ ਹੈ ਕਿ ਸਾਡੇ ਲਿਵਰ 'ਚ ਸੋਜ ਆ ਜਾਣਾ। ਹੈਪੇਟਾਈਟਸ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿੱਚ ਇੱਕ ਵਾਇਰਲ ਹੈਪੇਟਾਈਟਸ ਹੈ। ਇਹ ਵਾਇਰਲ ਹੈਪੇਟਾਈਟਸ 4 ਤਰ੍ਹਾਂ ਦਾ ਮੇਨ ਹੈ ਜੋ ਕਿ ਸਾਡੇ ਲਿਵਰ ਨੂੰ ਇਨਫੈਕਟ ਕਰਦਾ ਹੈ। ਇਸ ਵਿੱਚ ਹੈਪੇਟਾਈਟਸ A, E, B ਅਤੇ C ਹੈ। ਜੋ ਹੈਪੇਟਾਈਟਸ B ਅਤੇ C ਹੈ ਉਹ ਖੂਨ ਰਾਹੀਂ ਫੈਲਦੇ ਨੇ, ਜਿਨ੍ਹਾਂ ਨੂੰ ਕਿ ਕਾਲੇ ਪੀਲੀਏ ਦਾ ਨਾਂ ਦਿੱਤਾ ਜਾਂਦਾ ਹੈ। ਇਹਨਾਂ ਨੂੰ ਕਾਲਾ ਪੀਲੀਆ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅਗਰ ਲੰਬੇ ਸਮੇਂ ਤੱਕ ਇਹਨਾਂ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਸਾਡੇ ਲਿਵਰ ਨੂੰ ਖਰਾਬ ਕਰ ਦਿੰਦੇ ਨੇ, ਜਿਸ ਨੂੰ ਕਿ ਲਿਵਰ ਸਿਰੋਸਿਸ ਕਿਹਾ ਜਾਂਦਾ ਹੈ, ਜਿਸ ਨੂੰ ਕਿ ਦੁਬਾਰਾ ਠੀਕ ਨਹੀਂ ਕੀਤਾ ਜਾ ਸਕਦਾ ਅਤੇ ਇਹ ਬਿਮਾਰੀ ਹੌਲੀ ਹੌਲੀ ਜਾਨਲੇਵਾ ਹੋ ਸਕਦੀ ਹੈ। ਅਗਰ ਕਿਸੇ ਨੂੰ ਵੀ ਲਿਵਰ ਦੀ ਬਿਮਾਰੀ ਦੇ ਕੋਈ ਲੱਛਣ ਹਨ ਤਾਂ ਸਾਨੂੰ ਆਪਣਾ ਟੈਸਟ ਕਰਾਉਣਾ ਚਾਹੀਦਾ ਹੈ, ਸਪੈਸ਼ਲੀ ਹੈਪੇਟਾਈਟਸ B ਅਤੇ C ਦਾ, ਅਤੇ ਇਸ ਦਾ ਅਗਰ ਸਹੀ ਟਾਈਮ 'ਤੇ ਇਲਾਜ ਕੀਤਾ ਜਾਏ ਤਾਂ ਲਿਵਰ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਤੇ ਡਾਕਟਰ ਨਰਿੰਦਰ, ਤੁਸੀਂ ਹੁਣੇ ਹਰਨੀਆ ਦਾ ਜ਼ਿਕਰ ਕਰ ਰਹੇ ਸੀ ਕਿ ਪੇਟ ਵਿੱਚ ਹਰਨੀਆ ਹੋਣਾ ਵੀ ਕੋਈ ਬਿਮਾਰੀ ਹੁੰਦੀ ਹੈ, ਤੇ ਜੇ ਬਿਮਾਰੀ ਹੈ ਤੇ ਇਸ ਦੇ ਲੱਛਣ ਕੀ ਹੁੰਦੇ ਨੇ, ਇਲਾਜ ਕੀ ਹੈ? ਨਿਖਿਲ ਜੀ, ਜੋ ਪੇਟ ਦਾ ਹਰਨੀਆ ਅਸੀਂ ਕਹਿੰਦੇ ਹਾਂ, ਇਹਦਾ ਮਤਲਬ ਹੈ ਕਿ ਪੇਟ ਦੀ ਮਾਸਪੇਸ਼ੀਆਂ ਅਗਰ ਕਮਜ਼ੋਰ ਹੋ ਜਾਣ ਤੇ ਉਹ ਜਗ੍ਹਾ ਛੱਡ ਦਿੰਦੀਆਂ। ਉਸ ਜਗ੍ਹਾ ਜਿੱਥੇ ਉਹ ਛੱਡ ਦਿੰਦੀਆਂ ਉੱਥੇ ਕੋਈ ਹੋਲ ਜਾਂ ਡਿਫੈਕਟ ਬਣ ਜਾਂਦਾ, ਜਿਹਦੇ ਵਿੱਚੋਂ ਪੇਟ ਦੇ ਅੰਗ ਜੋ ਹੈ ਉਹ ਬਾਹਰ ਨੂੰ ਆਉਂਦੇ ਨੇ। ਯਾਨੀ ਕਿ ਪੇਟ ਦੇ ਵਿੱਚ ਕਮਜ਼ੋਰੀ ਹੋਣਾ, ਪੇਟ ਦੀ ਐਬਡੋਮੀਨਲ ਵਾਲ ਯਾਨੀ ਮਾਸਪੇਸ਼ੀ 'ਚ ਕਮਜ਼ੋਰੀ ਹੋਣਾ ਹਰਨੀਆ ਹੈ। ਇਸ ਦੇ ਕਾਰਨ ਹੋ ਸਕਦੇ ਆ ਜਿਹੜੇ ਲੋਕ ਸਮੋਕਿੰਗ ਕਰਦੇ ਆ ਉਹਨਾਂ ਵਿੱਚ ਬੜਾ ਕਾਮਨ ਹੈ, ਜਾਂ ਫਿਰ ਜਿਨ੍ਹਾਂ ਨੇ ਕੋਈ ਇੱਦਾਂ ਦਾ ਕੰਮ ਕਰਨਾ ਜਿਹਦੇ 'ਚ ਬਹੁਤ ਜ਼ੋਰ ਲੱਗਦਾ ਹੈ ਉਹਨਾਂ ਵਿੱਚ ਹਰਨੀਆ ਕਿੱਥੇ ਹੋ ਸਕਦਾ ਹੈ। ਆਮ ਤੌਰ ਤੇ ਜੋ ਪੇਟ ਦੇ ਹਿੱਸੇ ਜਿੱਥੇ ਵੀਕਨੈਸ ਹੈ, ਜਿੱਦਾਂ ਧੁੰਨੀ ਦਾ ਹਿੱਸਾ ਜਾਂ ਫਿਰ ਅੰਬਲਾਈਕਸ ਜਿਹਨੂੰ ਕਹਿੰਦੇ ਆ ਜਾਂ ਨਾਭੀ ਜਿਹਨੂੰ ਕਹਿੰਦੇ ਆ, ਉਹ ਹਿੱਸਾ ਤੇ ਉਹਦੇ ਆਸ-ਪਾਸ ਦਾ ਹਿੱਸਾ, ਇੱਥੇ ਕਮਜ਼ੋਰੀ ਹੁੰਦੀ ਹੈ। ਉਹਦੇ ਵਿੱਚੋਂ ਅਗਰ ਕੋਈ ਮਾਸਪੇਸ਼ੀ ਜਗ੍ਹਾ ਛੱਡ ਦਿੰਦੀ ਹੈ ਤੇ ਜੋ ਅੰਦਰੋਂ ਦੀ ਬਾਹਰ ਪੇਟ ਦਾ ਸਮਾਨ ਜਾਂ ਪੇਟ ਦੇ ਜੋ ਇੰਟੈਸਟਾਈਨ ਜਾਂ ਕੁਝ ਬਾਹਰ ਆਉਂਦੀ ਹੈ ਉਹਨੂੰ ਹਰਨੀਆ ਕਹਿੰਦੇ। ਉਸੇ ਤਰ੍ਹਾਂ ਨਾਲ ਆਦਮੀਆਂ ਵਿੱਚ ਨੀਚੇ ਨਲਾਂ ਦੇ ਕੋਲ ਦੋਨੋਂ ਪਾਸੇ ਕਮਜ਼ੋਰੀ ਹੈ ਜੋ ਕਿ ਬਚਪਨ ਤੋਂ ਹੀ ਹੁੰਦੀ ਹੈ, ਲੇਕਿਨ ਅਗਰ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਜਿਹਦੇ ਕਰਕੇ ਪੇਟ ਦੇ ਵਿੱਚ ਉੱਥੇ ਵੀਕਨੈਸ ਆ ਜਾਏ ਤੇ ਉਹਦੇ ਵਿੱਚੋਂ ਹਰਨੀਆ ਬਣ ਜਾਂਦਾ ਹੈ। ਹਰਨੀਆ ਇੱਕ ਇਹੋ ਜਿਹੀ ਪ੍ਰੋਬਲਮ ਹੈ ਕਿ ਜਿਹਦਾ ਇਲਾਜ ਸਿਰਫ ਸਰਜੀਕਲ ਹੈ, ਯਾਨੀ ਕਿ ਇਹਦਾ ਕੋਈ ਮੈਡੀਕਲ ਇਲਾਜ ਨਹੀਂ ਹੈ। ਉਹ ਇਹਦਾ ਕਾਰਨ ਇਹ ਕਿਉਂਕਿ ਇਹ ਇੱਕ ਮਕੈਨੀਕਲ ਬਿਮਾਰੀ ਹੈ, ਇਹਦੇ ਵਿੱਚ ਜੋ ਡਿਫੈਕਟ ਹੈ, ਇਹਦੇ ਵਿੱਚ ਜੋ ਪ੍ਰੋਬਲਮ ਹੈ ਉਹ ਮਕੈਨੀਕਲ ਹੈ, ਤਾਂ ਇਲਾਜ ਵੀ ਮਕੈਨੀਕਲ ਹੈ। ਯਾਨੀ ਕਿ ਜਿੱਥੋਂ ਵੀ ਅਗਰ ਵੀਕਨੈਸ ਆਈ ਹੈ ਸਾਨੂੰ ਉਸ ਹਿੱਸੇ ਨੂੰ ਬੰਦ ਕਰਨਾ ਪੈਂਦਾ ਹੈ, ਔਰ ਆਮ ਤੌਰ ਤੇ ਸਾਨੂੰ ਕਿਸੇ ਜਾਲੀ ਦੇ ਨਾਲ ਜਾਂ ਜਿਹਨੂੰ ਅਸੀਂ ਮੈਸ਼ ਕਹਿੰਦੇ ਆ ਉਹਦੇ ਨਾਲ ਉਹਨੂੰ ਰੀਇਨਫੋਰਸ ਕਰਨਾ ਪੈਂਦਾ, ਯਾਨੀ ਉਹਦੇ ਉੱਤੇ ਉਹ ਮੈਸ਼ ਲਗਾਉਣੀ ਪੈਂਦੀ ਹੈ ਤਾਂ ਕਿ ਉਹ ਇੰਨਾ ਸਟਰੋਂਗ ਹੋ ਜਾਏ ਕਿ ਹਰਨੀਆ ਬੰਦ ਹੋ ਜਾਏ। ਯਾਨੀ ਕਿ ਹਰਨੀਆ ਦੇ ਵਿੱਚ ਕੋਈ ਚੀਜ਼ ਪੇਟ ਦੇ ਵਿੱਚੋਂ ਬਾਹਰ ਨਹੀਂ ਕੱਢੀ ਜਾਂਦੀ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਕਿ ਪੇਟ ਦਾ ਕੋਈ ਅੰਗ ਅਸੀਂ ਬਾਹਰ ਕੱਢਦੇ ਹਾਂ, ਸਿਰਫ ਅਸੀਂ ਉਸ ਡਿਫੈਕਟ ਨੂੰ ਬੰਦ ਕਰਦੇ ਹਾਂ। ਔਰ ਇਸ ਡਿਫੈਕਟ ਨੂੰ ਬੰਦ ਕਰਨ ਲਈ ਜੋ ਹੁਣ ਲੇਟੈਸਟ ਟੈਕਨੋਲੋਜੀ ਹੈ ਉਹ ਹੈ ਲੈਪਰੋਸਕੋਪੀ, ਯਾਨੀ ਦੂਰਬੀਨ ਦੇ ਨਾਲ। ਜ਼ਿਆਦਾਤਰ ਕੇਸਿਸ ਦੇ ਵਿੱਚ ਜੋ ਹਰਨੀਆ ਦਾ ਆਪਰੇਸ਼ਨ ਹੈ ਉਹ ਦੂਰਬੀਨ ਨਾਲ ਪੋਸੀਬਲ ਹੈ, ਔਰ ਸਾਡੇ ਹਸਪੀਟਲ ਦੇ ਵਿੱਚ ਵੀ ਲੇਟੈਸਟ 4K ਟੈਕਨੋਲੋਜੀ ਦਾ ਲੈਪਰੋਸਕੋਪੀ ਹੈ, ਜਿਹਦੇ ਨਾਲ ਕਿ ਇਹ ਆਪਰੇਸ਼ਨ ਬੜੇ ਸਿੰਪਲ, ਬੜੇ ਆਰਾਮ ਨਾਲ ਔਰ ਬੜੇ ਸੇਫਲੀ ਕੀਤੇ ਜਾ ਸਕਦੇ ਨੇ। ਤੇ ਡਾਕਟਰ ਸਾਹਿਬ, ਆਮ ਲੋਕਾਂ ਦਾ ਇਹ ਸਵਾਲ ਹੈ, ਮੈਨੂੰ ਲੱਗਦਾ ਤੁਹਾਡੇ ਤੱਕ ਵੀ ਬਾਰ-ਬਾਰ ਪਹੁੰਚਦਾ ਹੋਵੇਗਾ ਕਿ ਅਸੀਂ ਕੀ ਅਜਿਹਾ ਕਰੀਏ ਕਿ ਸਾਨੂੰ ਪੇਟ ਦੀ ਜਿਹੜੀ ਬਿਮਾਰੀਆਂ ਹੈ ਉਹ ਨਾ ਹੀ ਲੱਗਣ, ਕਿਉਂਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਪੇਟ ਦੀ ਬਿਮਾਰੀਆਂ ਤੋਂ ਹੀ ਕਹਿੰਦੇ ਸਾਰੀ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਜੀ,
ਦੇਖੋ ਜੀ, ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ 3-4 ਸਿੰਪਲ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਫਸਟ ਹੈ ਬੈਲੈਂਸ ਡਾਈਟ। ਆਪਣਾ ਸਪਾਈਸੀ ਫਰਾਈਡ ਫੂਡ ਤੋਂ ਬਚਣਾ ਚਾਹੀਦਾ ਹੈ ਅਤੇ ਰੈਗੂਲਰ ਆਪਣੇ 3 ਮੀਲਸ ਆਪਾਂ ਨੂੰ ਪੂਰੇ ਦਿਨ 'ਚ ਜੋ ਕਿ ਲੈਣੇ ਚਾਹੀਦੇ ਨੇ। ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ। weight ਨੂੰ ਕੰਟਰੋਲ 'ਚ ਰੱਖੋ, ਡਾਇਬਟੀਜ਼ ਨੂੰ ਕੰਟਰੋਲ 'ਚ ਰੱਖੋ, ਅਲਕੋਹਲ ਦਾ ਜ਼ਿਆਦਾ ਸੇਵਨ ਨਾ ਕਰੋ ਅਤੇ ਆਪਣੇ ਰੈਗੂਲਰ ਹੈਲਥ ਚੈੱਕਅਪ ਕਰਾਉਂਦੇ ਰਹੋ। ਫਿਰ ਵੀ ਅਗਰ ਕਿਸੇ ਨੂੰ ਕੋਈ ਪੇਟ ਦਾ ਕੋਈ ਸਿੰਪਟਮ ਬਾਰ-ਬਾਰ ਤੰਗ ਕਰ ਰਿਹਾ ਹੈ, ਪਰੇਸ਼ਾਨ ਕਰ ਰਿਹਾ ਹੈ, ਅਤੇ ਗੂਗਲ ਜਾਂ WhatsApp ਤੋਂ ਪਹਿਲਾਂ ਡਾਕਟਰੀ ਸਹਾਇਤਾ ਜ਼ਰੂਰ ਲਓ, ਜਿਸ ਨਾਲ ਕਿ ਇਸ ਨੂੰ ਵਧਣ ਤੋਂ ਬਚਾਇਆ ਜਾ ਸਕਦਾ ਹੈ। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਆਪ ਆਪਣੇ ਡਾਕਟਰ ਨਹੀਂ ਬਣਨਾ ਹੈ, ਇਲਾਜ ਕਰਵਾਉਣਾ ਹੈ। ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਪੇਟ ਨਾਲ ਜੁੜੇ ਹੋਏ ਕੋਈ ਵੀ ਸਿੰਪਟਮ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਲਈ। ਬਹੁਤ ਬਹੁਤ ਥੈਂਕ ਸ਼ੁਕਰੀਆ। ਯੂ। ਥੈਂਕ ਯੂ ਜੀ, ਥੈਂਕ ਯੂ। ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਹੈ ਤੇ ਆਪਣੀ ਸਿਹਤ ਦਾ, ਆਪਣੇ ਪਰਿਵਾਰ ਦੀ ਸਿਹਤ ਦਾ ਬਿਲਕੁਲ ਧਿਆਨ ਰੱਖਣਾ ਹੈ। ਤੇ ਜ਼ਰੂਰ ਤੁਸੀਂ ਅਗਲੇ ਹਫਤੇ ਵੀ ਵੇਖਣਾ ਹੈ ਡਾਕਟਰ ਸਪੀਕ। ਇੱਕ ਹੋਰ ਬਿਮਾਰੀ ਬਾਰੇ ਅਸੀਂ ਕਰਾਂਗੇ ਐਕਸਪਰਟ ਡਾਕਟਰਸ ਦੇ ਨਾਲ ਚਰਚਾ। ਵੇਖਣਾ ਭੁੱਲਿਓ ਨਾ, ਹਰ ਸੰਡੇ ਸ਼ਾਮ 5 ਵਜੇ ਸਿਰਫ PTC ਨਿਊਜ਼ ਤੇ। ਦਿਓ ਇਜਾਜ਼ਤ, ਰੱਬ ਰਾਖਾ।